ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਪਣੇ ਮਨ ਨੂੰ ਸਮਝਾਉਂਦੇ ਬਈ ਜੇ ਅਸੀਂ ਨਹੀਂ ਭੇਤ ਲਿਆ ਜੋ ਸਾਨੂੰ ਸਤਿਗੁਰੂ ਦੱਸਦੇ ਭਗਤੀ ਦਾ, ਵੀ ਇਹ ਪ੍ਰੇਮਾ ਭਗਤੀ, ਸਾਡਾ ਮਾਲਕ ਦੇ ਨਾਲ ਜੇ ਪਿਆਰ ਨਹੀਂ ਬਣਿਆ, ਫਿਰ ਸਤਿਗੁਰੂ ਕਹਿੰਦੇ ਵੀ ਕੀ ਤੁਸੀਂ ਜਪ ਕਰਦੇ, ਕੀ ਤੁਸੀਂ ਤਪ ਕਰਦੇ ਹੋ, ਕੀ ਤੁਸੀਂ ਸੰਜਮ ਰੱਖਦੇ ਹੋ, ਕੀ ਤੁਸੀਂ ਵਰਤ ਰੱਖਦੇ ਹੋ, ਵੀ ਜੇ ਸਾਨੂੰ ਜੁਗਤੀ ਨਹੀਂ ਆਈ, ਤਰੀਕਾ ਨਹੀਂ ਆਇਆ ਮਾਲਕ ਦੇ ਨਾਲ, ਵੀ ਕਿਵੇਂ ਅਸੀਂ ਜੁੜਨਾ। ਸਤਿਗੁਰੂ ਫਰਮਾਉਂਦੇ, ਕਿਆ ਜਪ ਕਿਆ ਤਪ ਸੰਜਮ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਏ ਭਾਉ ਭਗਤ ਭਗਵਾਨ। ਬਈ ਜੇ ਜੀਵ ਆਪਦੀ ਮੱਤ ਦੁਆਰਾ ਜਪ ਤਪ ਵੀ ਕਰਦਾ ਹੈ, ਸੋਚ ਸੰਜਮ ਵੀ ਰੱਖਦਾ ਹੈ, ਇਸ਼ਨਾਨ ਵੀ ਕਰਦਾ, ਵਰਤ ਵੀ ਰੱਖਦਾ,
ਹੁਣ ਜੇ ਸਾਡਾ ਪਿਆਰ ਨਹੀਂ ਬਣਿਆ ਮਾਲਕ ਦੇ ਨਾਲ, ਤੇ ਫਿਰ ਇਹ ਸਾਰਾ ਕੁਛ ਕਾਹਦੇ ਵਾਸਤੇ? ਸਾਨੂੰ ਇਸ ਲਈ ਫਿਰ ਜੁਗਤੀਆਂ ਦੱਸੀਆਂ, ਤਰੀਕੇ ਦੱਸੇ ਵੀ ਜੇ ਅਸੀਂ ਪਰਮਾਤਮਾ ਨਾਲ ਮਿਲਾਪ ਕਰਨਾ, ਫਿਰ ਅਸੀਂ ਸੱਚ ਨੂੰ, ਪਰਮਾਤਮਾ ਨੂੰ ਤਾਂ ਹੀ ਜਾਣ ਸਕਦੇ ਜੇ ਸਾਨੂੰ ਜੁਗਤੀ ਆਉਂਦੀ ਇੱਥੇ। ਜੋ ਸਿਮਰਨ ਅਭਿਆਸ ਹੈ, ਜੇ ਸਾਨੂੰ ਜੁਗਤੀ ਆਉਂਦੀ ਕਰਨ ਦੀ, ਤਾਂਹੀਓ ਸਾਡਾ ਮਨ ਟਿਕ ਸਕਦਾ। ਜਾਣੀ ਦੇ ਅਸੀਂ ਇੱਥੋਂ ਜ਼ੋਰ ਦੇ ਨਾਲ ਨਹੀਂ ਨਿਕਲ ਸਕਦੇ ਭਵ ਸਾਗਰ 'ਚੋਂ, ਜੁਗਤੀ ਦੁਆਰਾ ਨਿਕਲ ਸਕਦੀ। ਮਹਾਰਾਜ ਤਾਂਹੀਓ ਫਰਮਾਉਂਦੇ, ਜ਼ੋਰ ਨਾ ਜੁਗਤੀ ਛੂਟੇ ਸੰਸਾਰ, ਵੀ ਆਪਦੇ ਜ਼ੋਰ ਦੇ ਨਾਲ, ਆਪਦੀ ਮੱਤ ਦੁਆਰਾ ਅਸੀਂ ਨਹੀਂ ਛੁੱਟ ਸਕਦੇ। ਜੇ ਸਾਨੂੰ ਜੁਗਤੀ ਆਉਂਦੀ, ਅਸੀਂ ਗੁਰੂ ਪਾਸੋਂ ਜੁਗਤ ਤਰੀਕਾ ਸਿੱਖੀਏ, ਫਿਰ ਅਸੀਂ ਇੱਥੋਂ ਨਿਕਲ ਸਕਦੇ ਬਾਹਰ ਭਵ ਸਾਗਰ 'ਚ। ਔਰ ਸਿਮਰਨ ਕਰਨ ਦੀ ਵੀ ਜੁਗਤੀ, ਜਿਵੇਂ ਮਹਾਰਾਜ ਕਹਿੰਦੇ ਵੀ ਜੁਗਤ ਹੈ, ਤੁਸੀਂ ਸਾਸ ਗਿਰਾਸ ਸਿਮਰਨ ਕਰੋ। ਫਰਮਾਉਂਦੇ ਨਿਤ ਜਪੀਏ ਸਾਸ ਗਿਰਾਸ ਨੌ ਪਰਵਦਿਗਾਰ ਦਾ, ਵੀ ਨਿਤ ਜਪੋ ਤੇ ਸਾਸ ਗਿਰਾਸ ਜਪ। ਹੁਣ ਇਹ ਤਰੀਕਾ ਜੁਗਤੀ ਸਾਸ ਗਿਰਾਸ। ਹੁਣ ਜੇ ਅਸੀਂ ਇਹ ਜੁਗਤੀ ਨਹੀਂ ਸਿੱਖੀ, ਫਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਸਾਸ ਗਿਰਾਸ ਸਿਮਰਨ ਕਿਵੇਂ ਹੁੰਦਾ। ਫਿਰ ਸਾਨੂੰ ਕਹਿੰਦੇ ਵੀ ਸਿਮਰਨ ਕਰਨਾ, ਸਾਸ ਸਾਸ ਕਰ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਦਰ ਕੀ ਉਤਰੀ ਚਿੰਤ। ਹੁਣ ਇਹ ਸਾਸ ਸਾਸ ਸਿਮਰਨ ਦੀ ਵੀ ਜੁਗਤੀ ਹੈ। ਜੇ ਅਸੀਂ ਨਹੀਂ ਜੁਗਤੀ ਸਿੱਖੀ, ਸਾਨੂੰ ਪਤਾ ਨਹੀਂ ਲੱਗਣਾ ਵੀ ਸਾਸ ਸਾਸ ਸਿਮਰਨ ਕਿਵੇਂ ਹੁੰਦਾ। ਫਿਰ ਸਾਨੂੰ ਕਹਿੰਦੇ ਵੀ ਸਿਮਰਨ ਕਰੋ ਰੋਮ ਰੋਮ, ਜਿਹੜੇ ਗੁਰਮੁਖ ਰੋਮ ਰੋਮ ਧਿਆਉਂਦੇ ਮਾਲਕ, ਗੁਰਮੁਖ ਰੋਮ ਰੋਮ ਹਰ ਧਿਆਵੇ। ਹੌੜੇ ਰੋਮ ਰੋਮ ਸਿਮਰਨ ਦੀ ਵੀ ਜੁਗਤੀ ਹੈ। ਜੇ ਅਸੀਂ ਨਹੀਂ ਸਿੱਖੀ, ਤੇ ਸਾਨੂੰ ਨਹੀਂ ਪਤਾ ਲੱਗਣਾ ਵੀ ਰੋਮ ਰੋਮ ਸਿਮਰਨ ਕਿਵੇਂ ਹੁੰਦਾ। ਹੁਣ ਤਾਈਓ ਫਿਰ ਸਾਨੂੰ ਸਮਝਾਉਂਦੇ ਵੀ ਅਸੀਂ ਪੁੱਛਣਾ ਸਤਿਗੁਰਾਂ ਤੋਂ, ਗੁਰੂ ਪਾਸੋਂ, ਵੀ ਸਾਨੂੰ ਦੱਸੋ ਕਿਹੜੀ ਵਿਧੀ, ਕਿਹੜੀ ਜੁਗਤ ਹੈ ਜਿਸ ਦੁਆਰਾ ਅਸੀਂ ਸਿਮਰਨ ਕਰੀਏ, ਅਸੀਂ ਮਾਲਕ ਦੇ ਨਾਲ ਮਿਲਾਪ ਕਰ ਸਕੀਏ। ਮਹਾਰਾਜ ਫਰਮਾਉਂਦੇ, ਕਿਤ ਵਿਧੀ ਹੈ ਕਿਤ ਸੰਜਮ ਪਾਈਏ, ਕਹੋ ਸੁਰ ਜਨ ਕਿਤ ਜੁਗਤੀ ਤੇ ਹੈ। ਬਈ ਹਰੀ ਦੇ ਜਨੋਂ ਸੰਤੋ ਸਾਨੂੰ ਜੁਗਤੀ ਦੱਸੋ, ਵੀ ਕਿਹੜੀ ਵਿਧੀ, ਕਿਹੜਾ ਤਰੀਕਾ ਜਿਸ ਦੁਆਰਾ ਅਸੀਂ ਮਾਲਕ ਨੂੰ ਧਿਆਈਏ, ਉਹਦਾ ਸਿਮਰਨ ਕਰੀਏ। ਕਿਹੜੀ ਵਿਧੀ ਜਿਸ ਦੁਆਰਾ ਅਸੀਂ ਮਾਲਕ ਦੇ ਗੁਣ ਗਾਈਏ। ਫਰਮਾਉਂਦੇ, ਕਿਤ ਸੋ ਬਿਧ ਜਿਤ ਰਾਮ ਗੁਣ ਗਾਈਏ, ਵੀ ਉਹ ਕਿਹੜੀ ਵਿਧੀ ਹੈ ਜਿਸ ਦੁਆਰਾ ਅਸੀਂ ਰਾਮ ਦੇ, ਵਾਹਿਗੁਰੂ ਦੇ ਗੁਣ ਗਾ ਸਕਦੇ। ਫਿਰ ਆਪਾਂ ਜਦੋਂ ਸਤਸੰਗ 'ਚ ਆਉਂਦੇ ਹਾਂ, ਸਤਿਗੁਰਾਂ ਦੇ ਸਕੂਲ ਵਿੱਚ ਆਉਂਦੇ ਹਾਂ, ਇੱਥੇ ਫਿਰ ਆਪਾਂ ਨੂੰ ਇਹ ਵਿਧੀਆਂ, ਜੁਗਤੀਆਂ, ਤਰੀਕੇ ਦੱਸੇ ਜਾਂਦੇ ਵੀ ਕਿਵੇਂ ਅਸੀਂ ਸਿਮਰਨ ਕਰਨਾ, ਸਾਸ ਗਿਰਾਸ ਕਿਹਨੂੰ ਕਹਿੰਦੇ। ਉਹ ਫਿਰ ਆਪਾਂ ਨੂੰ ਸਮਝਾ ਦਿੱਤਾ ਵੀ ਇਹ ਜੋ ਸਾਡੀ ਸਵਾਸਾਂ ਦੀ ਕਿਰਿਆ ਚੱਲਦੀ ਹੈ, ਸਵਾਸ ਮਾਲਕ ਸਾਨੂੰ ਸਾਹਮਣੇ ਦੇ ਰਿਹਾ, ਸਾਡੇ ਮੁੱਖ 'ਚ ਪਹੁੰਚੀ, ਸਵਾਸ ਅੰਦਰ ਗਿਆ। ਫਿਰ ਅੰਦਰ ਜਦੋਂ ਸਵਾਸ ਜਾਂਦਾ, ਸਾਡੀ ਨਾਭੀ ਨਾਲ ਟਕਰਾ ਕੇ ਫਿਰ ਅੰਦਰੋਂ ਫਿਰ ਬਾਹਰ ਵਾਪਸ ਆਉਂਦਾ। ਇਹ ਜੋ ਕਿਰਿਆ ਚੱਲਦੀ, ਸਵਾਸ ਅੰਦਰ ਗਿਆ ਫਿਰ ਅੰਦਰੋਂ ਬਾਹਰ ਆਇਆ, ਇਹਨੂੰ ਸਾਸ ਗਿਰਾਸ ਕਹਿੰਦੇ। ਔਰ ਇਹਨਾਂ ਸਵਾਸਾਂ ਦੇ ਵਿੱਚ ਮਿਲ ਕੇ ਜਦੋਂ ਆਪਾਂ ਸਿਮਰਨ ਕਰਦੇ, ਸਵਾਸ ਅੰਦਰ ਜਾਂਦਾ, ਆਪਾਂ ਉਚਾਰਨ ਕਰਦੇ ਹਾਂ ਵਾਹੀ, ਬਾਹਰ ਨੂੰ ਸਵਾਸ ਆਉਂਦਾ ਗਗਨ ਨੂੰ, ਆਪਾਂ ਉਚਾਰਨ ਕਰਦੇ ਹਾਂ ਗੁਰੂ। ਇਹਨੂੰ ਸਾਸ ਗਿਰਾਸ ਕਹਿ ਦਿੱਤਾ।
ਹੁਣ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਭਾਉਂਦਾ ਜੋ ਇਹ ਸਾਸ ਗਿਰਾਸੇ ਮਨ ਕਰਤ। ਫਰਮਾਉਂਦੇ ਨੇ ਜੋ ਸਾਸ ਗਿਰਾਸ ਤੇ ਆਈ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਵੀ ਉਸੇ ਗੁਰਸਿੱਖ ਨੇ ਗੁਰੂ ਨੂੰ ਭਾਉਣਾ ਜਿਹੜਾ ਸਿਮਰਨ ਕਰੇਗਾ। ਹੁਣ ਜਦੋਂ ਅਸੀਂ ਇਹ ਸਿਮਰਨ ਕਰਦੇ ਹਾਂ, ਅਸੀਂ ਗੁਰੂ ਨੂੰ ਭਾਉਂਦੇ ਹਾਂ, ਗੁਰੂ ਨੂੰ ਚੰਗੇ ਲੱਗਦੇ ਹਾਂ, ਸਾਡਾ ਜਿਹੜਾ ਮਨ ਇਹ ਫਿਰ ਸੋਹਣਾ ਹੋ ਜਾਂਦਾ, ਇਹਦੀ ਮੈਲ ਉਤਰ ਜਾਂਦੀ। ਜਦੋਂ ਅਸੀਂ ਮਾਲਕ ਦੀ ਵਾਹ ਵਾਹ ਕਰਦੇ, ਉਹਦੀ ਵਡਿਆਈ ਕਰਦੇ, ਮਹਾਰਾਜ ਇਸ ਲਈ ਫਰਮਾਉਂਦੇ ਵਾਹੋ ਵਾਹੋ ਕਰੀ ਸਹੀ ਜਨ ਸੋਹਣੇ। ਬਈ ਜਿਹੜੇ ਮਾਲਕ ਦੀ ਵਾਹ ਵਾਹ ਕਰਦੇ, ਉਹਦੀ ਵਡਿਆਈ ਕਰਦੇ, ਉਹਦਾ ਸਿਮਰਨ ਕਰਦੇ, ਉਹ ਜਨ ਉਹ ਮਨ ਸੋਹਣੇ। ਜਿਹੜੇ ਗੁਰਮੁਖ ਸਤ ਸੰਗਤ ਕਰਦੇ, ਸਾਧ ਸੰਗਤ 'ਚ ਆ ਕੇ ਬੈਠਦੇ, ਜਿੱਥੇ ਮਾਲਕ ਦੇ ਆਪਾਂ ਗੁਣ ਗਾਉਂਦੇ ਹਾਂ, ਸਾਰੇ ਬੈਠ ਕੇ ਸਿਮਰਨ ਕਰਦੇ ਹਾਂ, ਉਹਦੀ ਉਸਤਤ ਕਰਦੇ, ਅਤੇ ਸਾਡਾ ਮਨ ਸੋਹਣਾ ਹੋ ਜਾਂਦਾ, ਸੁੰਦਰ ਹੋ ਜਾਂਦਾ। ਮਹਾਰਾਜ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗਤ ਜੋ ਬਹਿਣੇ। ਵੀ ਜਿਹੜੇ ਸਾਧ ਸੰਗਤ 'ਚ ਗੁਰਮੁਖ ਬਹਿੰਦੇ, ਉਹ ਮਨ ਜਿਹੜੇ ਉਹ ਸੁੰਦਰ ਹੋ ਜਾਂਦੇ, ਉਹ ਸੋਹਣੇ ਹੋ ਜਾਂਦੇ, ਉਹਨਾਂ ਦੀ ਮੈਲ ਉਤਰ ਜਾਂਦੀ। ਔਰ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਇਹ ਆਪਣੇ ਮਨ ਨੂੰ ਸਵਾਰ। ਗੁਰਮੁਖਾਂ ਨੇ ਆਪਣੇ ਮਨ ਨੂੰ ਫਿਰ ਗੁਰੂ ਦੇ ਸ਼ਬਦ ਦੁਆਰਾ ਸਵਾਰ ਲਿਆ। ਗੁਰਮੁਖ ਇਹੋ ਮੰਨ ਲਿਓ ਸਵਾਰ। ਵੀ ਗੁਰਮੁਖਾਂ ਨੇ ਮਨ ਨੂੰ ਸਵਾਰ ਲਿਆ, ਉਹਨੂੰ ਸੁੰਦਰ ਬਣਾ ਲਿਆ, ਉਹਨੂੰ ਸੋਹਣਾ ਬਣਾ ਲਿਆ। ਉਹ ਫਿਰ ਜਿਹੜਾ ਸ਼ਿੰਗਾਰ ਕਰਦੇ ਮਨ ਦਾ, ਸੁਰਤੀ ਦਾ, ਮਾਲਕ ਨੂੰ ਮਿਲਣ ਵਾਸਤੇ। ਵੀ ਕਿਵੇਂ ਸਾਡਾ ਜਿਹੜਾ ਪਤੀ ਪਰਮੇਸ਼ਰ ਹੈ ਉਹ ਸਾਡੇ 'ਤੇ ਟੁੱਟ ਜਾਵੇ, ਉਹ ਸਾਡੇ 'ਤੇ ਖੁਸ਼ ਹੋ ਜੇ, ਪ੍ਰਸੰਨ ਹੋ ਜੇ। ਫਿਰ ਉਹਦੇ ਵਾਸਤੇ ਸਾਡੀ ਸੁਰਤੀ ਦਾ ਸ਼ਿੰਗਾਰ। ਮਹਾਰਾਜ ਫਰਮਾਉਂਦੇ ਕਿ ਉਹ ਸ਼ਿੰਗਾਰ ਮਿਲਣ ਕੇ ਤਾਈਂ। ਵੀ ਇਹ ਜਿਹੜਾ ਅਸੀਂ ਸ਼ਿੰਗਾਰ ਕੀਤਾ ਮਾਲਕ ਨੂੰ ਮਿਲਣ ਵਾਸਤੇ, ਸਾਡੇ ਮਨ ਦਾ ਸ਼ਿੰਗਾਰ, ਸਾਡੀ ਸੁਰਤੀ ਦਾ। ਹੁਣ ਉਹ ਸ਼ਿੰਗਾਰ ਫਿਰ ਜਿਹੜਾ ਸਾਨੂੰ ਗੁਰਬਾਣੀ ਗੁਰੂ ਵਿੱਚ ਦੱਸਿਆ, ਇੱਕ ਤਾਂ ਹੁੰਦਾ ਤਨ ਦਾ ਸ਼ਿੰਗਾਰ, ਇੱਕ ਹੁੰਦਾ ਕਾਲ ਨੂੰ ਖੁਸ਼ ਕਰਨ ਵਾਸਤੇ, ਇਹਨਾਂ ਪੰਜਾਂ ਦੂਤਾਂ ਨੂੰ ਖੁਸ਼ ਕਰਨ ਵਾਸਤੇ ਪਾਇਆ ਹੁੰਦਾ। ਉਦੋਂ ਫਿਰ ਇਹਨੂੰ ਮਾਇਆ ਦਾ ਰੰਗ ਕਹਿੰਦੇ, ਲੋਭ ਦਾ ਰੰਗ, ਲੋਭ ਦਾ ਚੋਲਾ ਪਾਇਆ ਹੁੰਦਾ ਸਾਡੇ ਮਨ ਨੇ, ਰੰਗ ਕੇ ਸੁਰਤੀ ਨੇ। ਫਿਰ ਜਦੋਂ ਇਹ ਮਾਇਆ ਦਾ ਰੰਗ ਚੜ੍ਹਿਆ ਹੁੰਦਾ, ਉਦੋਂ ਸਾਡੇ ਮਨ ਦੀ ਛੇਜ ਦੇ ਉੱਤੇ ਮਾਲਕ ਨਹੀਂ ਆਉਂਦਾ, ਕਿਉਂਕਿ ਇਹ ਰੰਗ ਨੇ ਜਿਹੜੇ ਇਹ ਉਹਨੂੰ ਭਾਉਂਦੇ ਨੇ। ਮਹਾਰਾਜ ਫਰਮਾਉਂਦੇ ਇਹ ਤਨ ਮਾਇਆ ਲੀਤੜਾ ਪਿਆਰੇ ਲੱਭ ਰੰਗਾਈ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉਂ ਧਨ ਛੇਜੇ ਜਾਏ। ਵੀ ਇਹ ਜਿਹੜਾ ਅਸੀਂ ਰੰਗ ਚੜ੍ਹਾਇਆ ਮਨ ਦੇ ਉੱਤੇ ਲੋਭ ਦਾ, ਇਹ ਮਾਲਕ ਨੂੰ ਨਹੀਂ ਭਾਉਂਦਾ। ਫਿਰ ਇਹਦੀ ਛੇਜ ਦੇ ਉੱਤੇ ਮਨ ਦੀ ਤੇ ਇਹ ਪੰਜ ਦੂਤ ਬੈਠੇ ਹੁੰਦੇ, ਕਿਤੇ ਕਾਮ ਆ ਜਾਂਦਾ, ਕਿਤੇ ਕ੍ਰੋਧ ਆ ਗਿਆ, ਕਿਤੇ ਲੋਭ ਆ ਗਿਆ, ਕਿਤੇ ਮੋਹ ਆ ਗਿਆ, ਕਿਤੇ ਹੰਕਾਰ ਆ ਗਿਆ। ਫਿਰ ਇਹ ਜਿਹੜੀ ਸੁਰਤੀ, ਇਹਨਾਂ ਨੂੰ ਖੁਸ਼ ਕਰਨ ਵਾਸਤੇ ਅਸੀਂ ਇਹ ਸ਼ਿੰਗਾਰ ਕਰਦੇ। ਮਾਇਆ ਦਾ ਜਿਹੜਾ ਸ਼ਿੰਗਾਰ ਉਹ ਇਹਨਾਂ ਨੂੰ ਖੁਸ਼ ਕਰਨ ਵਾਸਤੇ। ਜਿਹੜੇ ਗੁਰਮੁਖ ਫਿਰ ਸ਼ਿੰਗਾਰ ਕਰਦੇ ਉਹ ਫਿਰ ਮਾਲਕ ਨੂੰ ਖੁਸ਼ ਕਰਨ ਵਾਸਤੇ। ਉਹ ਫਿਰ ਜਿਹੜਾ ਰੰਗ ਚੜ੍ਹਾਉਂਦੇ ਮਨ ਦੇ ਉੱਤੇ, ਉਹ ਮਜੀਠ ਦਾ ਰੰਗ ਚੜ੍ਹਾਉਂਦੇ ਪੱਕਾ। ਇਹ ਜਿਹੜਾ ਮਾਇਆ ਦਾ ਰੰਗ, ਇਹਨੂੰ ਕੱਚਾ ਰੰਗ ਕਹਿੰਦੇ, ਕਸੁੰਭ ਦਾ ਰੰਗ। ਇਹ ਥੋੜ੍ਹੇ ਸਮੇਂ ਵਾਸਤੇ ਹੁੰਦਾ, ਇਹ ਲੱਥ ਜਾਂਦਾ। ਮਹਾਰਾਜ ਕਹਿੰਦੇ ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ,
ਵੀ ਇਹ ਜਿਹੜਾ ਰੰਗ ਕਸੁੰਭ ਦਾ ਮਾਇਆ ਦਾ ਕੱਚਾ, ਇਹ ਥੋੜ੍ਹੇ ਸਮੇਂ ਵਾਸਤੇ ਸਦਾ ਨਹੀਂ ਰਹਿੰਦਾ। ਜਿਵੇਂ ਆਪਾਂ ਦੇਖਦੇ ਹਾਂ ਸਰੀਰ ਹੈ ਜਿਹੜਾ ਇੱਕੋ ਜਿਹਾ ਨਹੀਂ ਰਹਿੰਦਾ, ਸਦਾ ਇਹਨੇ ਇੱਕੋ ਜਿਹਾ ਨਹੀਂ ਰਹਿਣਾ। ਇਹਦੇ ਵਿੱਚ ਬਦਲਾਅ ਆਉਂਦਾ ਰਹਿੰਦਾ ਸੰਸਾਰ ਦੇ ਵਿੱਚ। ਜਿਵੇਂ ਬਚਪਨ ਹੈ ਉਹ ਚਲਾ ਗਿਆ, ਜਵਾਨੀ ਆ ਗਈ, ਉਹ ਵੀ ਬੀਤ ਗਈ ਅਤੇ ਬੜੇ ਪਾ ਗਏ। ਸਾਡੇ ਰੰਗ ਸਦਾ ਨਹੀਂ ਰਹਿੰਦੇ ਇੱਕੋ ਜਿਹੇ। ਔਰ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਵੀ ਇਹ ਮਾਇਆ ਦੇ ਜਿਹੜੇ ਰੰਗ ਇਹ ਫਿੱਕੇ ਨੇ, ਇਹਨੂੰ ਕਸੁੰਭ ਦਾ ਰੰਗ ਕਹਿੰਦੇ, ਕੱਚਾ ਰੰਗ। ਵੀ ਇਹ ਥੋੜ੍ਹੇ ਸਮੇਂ ਵਾਸਤੇ ਸਦਾ ਰਹਿਣ ਵਾਲਾ ਨਹੀਂ। ਔਰ ਜਿਹੜਾ ਨਾਮ ਦਾ ਰੰਗ, ਸੱਚ ਦਾ ਰੰਗ, ਮਜੀਠ ਦਾ ਰੰਗ ਪੱਕਾ, ਇਹ ਜੇ ਸਾਡੇ ਮਨ ਦੇ ਉੱਤੇ ਚੜ੍ਹ ਜੇ ਤਾਂ ਇਹ ਲੈਂਦਾ ਨਹੀਂ, ਇਹ ਫਿੱਕਾ ਨਹੀਂ ਪੈਂਦਾ। ਇਹਨੂੰ ਕਹਿੰਦੇ ਗੂੜਾ ਰੰਗ। ਅਤੇ ਜਿਨ੍ਹਾਂ ਦੇ ਉੱਤੇ ਚੜ੍ਹ ਗਿਆ ਰੰਗ, ਉਹ ਉਹਨਾਂ ਨੂੰ ਕਹਿੰਦੇ ਵੱਡੇ ਭਾਗਾਂ ਵਾਲੇ। ਲਾਲ ਰੰਗ ਤਿਸ ਕੋ ਲਗਾ, ਜਿਸ ਕੀ ਬੜ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗਾ। ਵੀ ਇਹ ਜਿਹੜਾ ਰੰਗ ਨਾ ਤਾਂ ਇਹ ਮੈਲਾ ਹੁੰਦਾ, ਨਾ ਇਹਨੂੰ ਦਾਗ ਲੱਗਦਾ। ਔਰ ਇਹਨੂੰ ਕਹਿੰਦੇ ਫਿਰ ਮਜੀਠ ਦਾ ਰੰਗ। ਅਤੇ ਮਨ ਨੂੰ ਕਹਿੰਦੇ ਵੀ ਤੂੰ ਇਹ ਚੜ੍ਹਾ। ਔਰ ਇਹ ਰੰਗ ਸਾਡੇ ਉੱਤੇ ਫੇਰ ਚੜ੍ਹਦਾ ਜੇ ਸਾਨੂੰ ਰੰਗੇ ਹੋਏ ਮਿਲਣ। ਜਿਨ੍ਹਾਂ ਦੇ ਉੱਤੇ ਨਾਮ ਦਾ, ਸੱਚ ਦਾ ਰੰਗ ਚੜ੍ਹੇ ਹੈ, ਜੇ ਸਾਨੂੰ ਉਹਨਾਂ ਗੁਰਮੁਖਾਂ ਦਾ ਸੰਗ ਹੋਵੇ, ਜੇ ਸਾਨੂੰ ਉਹਨਾਂ ਦੀ ਧੂੜੀ ਮਿਲੇ, ਫਿਰ ਸਾਡੇ ਮਨ ਤੋਂ ਉਹ ਇਹ ਮਾਇਆ ਦਾ ਰੰਗ ਲਾ ਦਿੰਦੇ ਅਤੇ ਪੱਕਾ ਰੰਗ ਮਜੀਠ ਦਾ ਕਿਵੇਂ ਚੜ੍ਹਾਉਣਾ ਇਹ ਸਾਨੂੰ ਸਾਰਾ ਭੇਜ ਦੇ ਦਿੰਦੇ। ਮਹਾਰਾਜ ਇਸ ਲਈ ਫਰਮਾਉਂਦੇ, ਕਾਇਆ ਰੰਗਣ ਜੇਥੀਏ ਪਿਆਰੇ, ਪਾਈਏ ਨਾਉ ਮਜੀਠ। ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ। ਧੂੜ ਤਿਨਾ ਕੀ ਜੇ ਮਿਲੇ, ਜੀ ਕਹੋ ਨਾਨਕ ਕੀ ਅਰਦਾਸ। ਜਿਨ੍ਹਾਂ ਨੇ ਆਪਦੇ ਕੰਤ ਨੂੰ ਖੁਸ਼ ਕਰ ਲਿਆ, ਕੰਤ ਨੂੰ ਰਿਝਾ ਲਿਆ, ਜਿਨ੍ਹਾਂ ਨੇ ਮਿਲਾਪ ਕਰ ਲਿਆ, ਜੇ ਸਾਨੂੰ ਉਹਨਾਂ ਦੀ ਧੂੜੀ ਮਿਲ ਜੇ, ਜੇ ਸਾਨੂੰ ਉਹਨਾਂ ਦਾ ਸੰਗ ਹੋ ਜੇ, ਫਿਰ ਅਸੀਂ ਆਪਦੇ ਜੀਵਨ ਦਾ ਲਾਹਾ ਖੱਟ ਸਕਦੇ। ਇਸ ਲਈ ਮਹਾਰਾਜ ਕਹਿੰਦੇ ਵੀ ਉਹਨਾਂ ਗੁਰਮੁਖਾਂ ਦਾ ਜੀਵਨ ਸਫਲ, ਜਿਨ੍ਹਾਂ ਨੇ ਮਿਲਾਪ ਕਰ ਲਿਆ। ਅਤੇ ਜਦੋਂ ਅਸੀਂ ਉਹਨਾਂ ਦਾ ਸੰਗ ਕਰਦੇ ਹਾਂ, ਉਹਨਾਂ ਦੇ ਸੰਗ ਕਰਨ ਦੇ ਨਾਲ ਸਾਡਾ ਵੀ ਆਧਾਰ ਹੋ ਜਾਂਦਾ। ਫਰਮਾਉਂਦੇ, ਸਫਲ ਜੀਵਨ ਸਫਲ ਤਾਂ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੇ, ਸੁਨ ਸੁਨ ਆਨੰਦ ਕਰੇ ਪ੍ਰਭ ਗਾਜੇ। ਭਾਰਗਟੇ ਗੋਪਾਲ ਮਹਾਤ ਕੇ ਮਾਥੇ, ਨਾਨਕ ਉਧਰੇ ਤਨ ਕੀ ਸਾਥੀ। ਵੀ ਅਸੀਂ ਵੀ ਉਹਨਾਂ ਦਾ ਸਾਥ ਲੈ ਕੇ, ਉਹਨਾਂ ਦਾ ਸੰਗ ਕਰਕੇ ਸਾਡਾ ਵੀ ਆਧਾਰ ਹੋ ਸਕਦਾ, ਅਸੀਂ ਵੀ ਮਾਲਕ ਨੂੰ ਮਿਲ ਸਕਦੇ, ਸਾਡੇ ਮਨ ਦੇ ਉੱਤੇ ਵੀ ਉਹ ਰੰਗ ਚੜ੍ਹ ਸਕਦਾ ਨਾਮ ਦਾ, ਸੱਚ ਦਾ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਦੋ ਰੰਗ ਨੇ, ਇੱਕ ਰੰਗ ਇਹ ਮਾਇਆ ਦਾ ਕੱਚਾ ਰੰਗ ਕਸੁੰਭ ਦਾ, ਦੂਸਰਾ ਰੰਗ ਹੈ ਪੱਕਾ ਮਜੀਠ ਦਾ। ਇਹ ਸਾਡੇ ਮਨ ਵਾਸਤੇ ਦੋ ਕੱਪੜੇ ਨੇ, ਇੱਕ ਦੁੱਖ ਦਾ, ਇੱਕ ਸੁੱਖ ਦਾ। ਜਦੋਂ ਦਾ ਸਾਡੇ ਮਨ ਦੇ ਉੱਤੇ ਮਾਇਆ ਦੇ ਰੰਗ ਚੜ੍ਹੇ ਹੁੰਦੇ, ਅਸੀਂ ਇਹ ਦੁੱਖ ਦਾ ਕੱਪੜਾ ਪਾਇਆ ਹੁੰਦਾ। ਜਦੋਂ ਅਸੀਂ ਮਾਲਕ ਦੀ ਸਿਫਤ ਸਲਾਹ ਕਰਦੇ, ਵਡਿਆਈ ਕਰਦੇ, ਅਤੇ ਸੁੱਖ ਦਾ ਕੱਪੜਾ। ਇਹ ਦੋ ਹੀ ਸਾਡੇ ਮਨ ਵਾਸਤੇ ਕੱਪੜੇ, ਦੁੱਖ ਸੁੱਖ ਦੋਈ ਦਰ ਕੱਪੜੇ ਪਹਿਰੇ ਜਾਏ ਮਨੁੱਖ। ਵੀ ਇਹ ਸਾਡੇ ਮਨ ਵਾਸਤੇ ਕੱਪੜੇ, ਵੀ ਦੁੱਖ ਦੇ ਸੁੱਖ ਦਾ, ਅਤੇ ਇਹ ਵਿਚਾਰਾਂ ਦਾ ਕੱਪੜਾ ਜਿਹੜਾ ਮਾਇਆ ਦਾ, ਇਹ ਦੁੱਖ ਦਾ ਹੈ। ਮਾਲਕ ਦੀ ਸਿਫਤ ਸਲਾਹ ਦਾ, ਉਹਦੇ ਗੁਣ ਗਾਉਣੇ, ਉਹ ਸੁੱਖ ਦਾ ਕੱਪੜਾ।
ਹੁਣ ਜੇ ਅਸੀਂ ਸੰਸਾਰ ਦੇ ਵਿੱਚ ਜਿਵੇਂ ਜੀਵ ਦੁੱਖਾਂ ਨੂੰ ਛੱਡ ਕੇ ਸੁੱਖ ਲੱਭਦਾ, ਸੁੱਖ ਮੰਗਦਾ, ਉਹ ਫਿਰ ਸਾਡਾ ਜਿਹੜਾ ਬੋਲਣਾ ਉਹ ਝੱਖ ਮਾਰ। ਮਹਾਰਾਜ ਕਹਿੰਦੇ ਨਾਨਕ ਬੋਲਣ ਝਖਣਾ, ਦੁੱਖ ਛੱਡ ਮੰਗੀਏ ਸੁੱਖ। ਵੀ ਝੱਖ ਮਾਰਨੇ, ਵੀ ਦੁੱਖਾਂ ਨੂੰ ਛੱਡ ਕੇ ਸੁੱਖਾਂ ਦੇ ਪਿੱਛੇ ਭੱਜਣਾ, ਵੀ ਸੁੱਖ ਲੱਭਣੇ। ਮਹਾਰਾਜ ਕਹਿੰਦੇ ਵੀ ਸੁੱਖ ਤਾਂ ਮਾਲਕ ਦੇ ਨਾਮ ਦੇ ਵਿੱਚ, ਉਹਦੇ ਗੁਣ ਗਾਉਣ ਦੇ ਵਿੱਚ। ਜੇ ਤਾਂ ਅਸੀਂ ਉਹਦੀ ਵਡਿਆਈ ਕਰਾਂਗੇ, ਉਹਦੇ ਗੁਣ ਗਾਵਾਂਗੇ, ਤਾਂ ਸਾਡੇ ਮਨ ਨੂੰ ਸੁੱਖ ਮਿਲੇਗਾ। ਜੇ ਹੁਣ ਅਸੀਂ ਉਹਦੇ ਗੁਣ ਤਾਂ ਗਾਉਂਦੇ ਨਹੀਂ, ਸਿਮਰਨ ਕਰਦੇ ਨਹੀਂ, ਫਿਰ ਸਾਡਾ ਝੱਖ ਮਾਰਨਾ ਵੀ ਸੰਸਾਰ ਦੇ ਪਿੱਛੇ, ਦੁੱਖਾਂ ਨੂੰ ਛੱਡ ਕੇ ਸੁੱਖਾਂ ਪਿੱਛੇ ਭੱਜਣੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਸਾਰਾ ਸੰਸਾਰ ਦੇਖ ਲਿਆ ਵੀ ਨਾਮ ਤੋਂ ਬਿਨਾਂ ਸੁੱਖ ਨਹੀਂ ਹੈ। ਡਿਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਵੀ ਨਾਮ ਤੋਂ ਬਿਨਾਂ ਕਿਤੇ ਸੁੱਖ ਨਹੀਂ। ਜੀਵ ਹੁਣ ਮੰਗਦੇ ਤਾਂ ਸਾਰੇ ਹੀ ਸੁੱਖ ਨੇ, ਕੋਈ ਦੁੱਖ ਨਹੀਂ ਮੰਗਦਾ, ਪਰ ਅਸੀਂ ਸੁਖੀ ਹੋਣਾ ਚਾਹੁੰਦੇ ਹਾਂ ਇਹ ਮਾਇਆ ਦਾ ਰੰਗ ਚੜ੍ਹਾ ਕੇ। ਅਸੀਂ ਸੁਖੀ ਹੋਣਾ ਚਾਹੁੰਦੇ ਇੱਕ ਸੁੰਭ ਦਾ ਰੰਗ ਚੜ੍ਹਾ ਕੇ, ਵੀ ਇਹਦਾ ਰੰਗ ਚੜ੍ਹ ਜੇਗਾ ਤੇ ਅਸੀਂ ਸੁਖੀ ਹੋ ਜਾਵਾਂਗੇ। ਮਹਾਰਾਜ ਕਹਿੰਦੇ ਇਹਦੇ ਵਿੱਚ ਸੁੱਖ ਨਹੀਂ। ਤਾਈਓ ਜਿਹਨੂੰ ਸੀਵ ਸੁੱਖ ਸਮਝ ਕੇ ਮੰਗਦਾ, ਜਿਹਦੇ ਪਿੱਛੇ ਭੱਜਦਾ ਦੌੜਦਾ, ਪੱਲੇ ਇਹਦੇ ਫਿਰ ਦੁੱਖ ਹੀ ਪੈਂਦਾ, ਫਿਰ ਇਹ ਦੁਖੀ ਹੁੰਦਾ। ਮਹਾਰਾਜ ਇਸ ਲਈ ਫਰਮਾਉਂਦੇ ਦੁੱਖ ਸੁੱਖ ਮੰਗਤ ਦੁੱਖ ਆਗੇ ਆਵੇ, ਸੋ ਸੁੱਖ ਹਮੁ ਨਾ ਮੰਗਿਆ ਭਾਵੇ। ਬਈ ਜਿਹਨੂੰ ਜੀਵ ਸੁੱਖ ਸਮਝ ਕੇ ਮੰਗਦਾ, ਜਿਹਦੇ ਪਿੱਛੇ ਭੱਜਦਾ, ਇਹ ਮਨਮੁਖ ਨੂੰ ਇਹ ਨਹੀਂ ਭੇਤ, ਇਹ ਨਹੀਂ ਸੋਝੀ ਵੀ ਇਹ ਮੈਂ ਦੁੱਖਾਂ ਦੇ ਪਿੱਛੇ ਭੱਜ ਰਿਹਾ, ਮੈਂ ਦੁੱਖ ਹੀ ਇਕੱਠੇ ਕਰ ਰਹੇ। ਮਹਾਰਾਜ ਇਸ ਲਈ ਫਰਮਾਉਂਦੇ ਸੁਖ ਕੋ ਮੰਗੇ ਸਭ ਕੋਈ, ਦੁੱਖ ਨਾ ਮੰਗੇ ਕੋਈ। ਸੁਖੇ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਈ। ਬਈ ਮਨਮੁਖ ਨੂੰ ਨਾ ਭੇਤ, ਨਾ ਸੋਝੀ ਹੋਣ ਕਰਕੇ, ਨਾ ਗੁਰੂ ਦੀ ਮੱਤ, ਨਾ ਗਿਆਨ ਦਾ ਚਾਨਣ ਹੋਣ ਕਰਕੇ, ਉਹ ਦੁੱਖਾਂ ਨੂੰ ਹੀ ਅਗਿਆਨਤਾ ਦੇ ਵਿੱਚ ਸੁੱਖ ਸਮਝੀ ਬੈਠਾ, ਤੇ ਦਿਨ ਰਾਤ ਭੱਜਾ ਫਿਰਦਾ ਵੀ ਮੈਂ ਸੁਖੀ ਹੋ ਜਾਵਾਂਗਾ, ਤੇ ਮਿਲਦਾ ਫਿਰ ਇਹਨੂੰ ਦੁੱਖ ਹੀ। ਹੁਣ ਸਤਿਗੁਰੂ ਫਿਰ ਇਸ ਲਈ ਸਮਝਾਉਂਦੇ ਵੀ ਇਹ ਭੇਤ, ਇਹ ਸੋਝੀ ਵੀ ਸਾਨੂੰ ਤਾਂ ਆਉਂਦੀ ਜੇ ਅਸੀਂ ਸੰਗਤ ਕਰਦੇ ਹਾਂ, ਜੇ ਅਸੀਂ ਗੁਰੂ ਦੀ ਮੱਤ ਲੈਂਦੇ। ਜਦੋਂ ਗਿਆਨ ਦਾ ਅੰਜਨ ਸੁਰਮਾ ਸਾਡੇ ਨੇਤਰਾਂ 'ਚ ਪੈਣਾ ਹੈ, ਫਿਰ ਸਾਨੂੰ ਇਹ ਭੇਤ ਆਉਣਾ, ਫਿਰ ਸਾਨੂੰ ਦਿਸਣਾ ਵੀ ਇਹ ਸੰਸਾਰ 'ਚ ਦੁੱਖ, ਵੀ ਜੀਵ ਦੁੱਖਾਂ ਪਿੱਛੇ ਭੱਜਿਆ ਫਿਰਦਾ। ਜੇ ਸਾਡੇ ਨੇਤਰਾਂ 'ਚ ਗਿਆਨ ਦਾ ਸੁਰਮਾ ਨਹੀਂ, ਅੰਜਨ ਨਹੀਂ ਪਾਇਆ, ਅਸੀਂ ਅਗਿਆਨਤਾ ਬਸ, ਫਿਰ ਸਾਨੂੰ ਇਹ ਭਰਮ ਬਣਿਆ ਰਹਿੰਦਾ ਵੀ ਫਲਾਣਾ ਬੰਦਾ ਸੁਖੀ ਹੈ ਜੀ, ਵੀ ਉਹਦੇ ਕੋਲ ਧਨ ਬਹੁਤ ਹੈ, ਉਹ ਸੁਖੀ ਹੈ, ਉਹਦੇ ਕੋਲ ਅਹੁਦਾ ਬੜਾ ਵੱਡਾ, ਉਹ ਤਾਂ ਸੁਖੀ ਹੈ, ਉਹਦੀ ਸੰਸਾਰ ਦੇ ਵਿੱਚ ਬੜੀ ਆਓ ਭਗਤ ਹੈ, ਉਹ ਤਾਂ ਸੁਖੀ ਹੈ। ਹੁਣ ਜੇ ਅਸੀਂ ਗਿਆਨ ਦਾ ਅੰਜਨ ਸੁਰਮਾ ਸਤਿਗੁਰਾਂ ਤੋਂ ਆਪਦੇ ਨੇਤਰਾਂ 'ਚ ਪਵਾ ਲਾਂਗੇ, ਫਿਰ ਇਹ ਭਰਮ ਸਾਡਾ ਖਤਮ ਹੋ ਜਾਂਦਾ, ਫਿਰ ਸਾਨੂੰ ਭੇਤ ਖੁੱਲ੍ਹਦਾ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਗਿਆਨ ਦਾ ਅੰਜਨ ਸੁਰਮਾ ਗੁਰੂ ਨੇ ਸਾਡੇ ਨੇਤਰਾਂ 'ਚ ਪਾਉਣਾ ਹੁੰਦਾ, ਜਿਹਦੇ ਨਾਲ ਅਗਿਆਨਤਾ ਦਾ ਹਨੇਰਾ, ਇਹ ਭਰਮ ਸਾਡਾ ਖਤਮ ਹੁੰਦਾ। ਫਰਮਾਉਂਦੇ ਨੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਬਈ ਜਦੋਂ ਸਾਡੇ ਇਹਨਾਂ ਨੇਤਰਾਂ ਦੇ ਵਿੱਚ ਗਿਆਨ ਦਾ ਅੰਜਨ ਪੈਂਦਾ, ਫਿਰ ਸਾਨੂੰ ਦਿਖਾਈ ਦਿੰਦਾ, ਫਿਰ ਸਾਨੂੰ ਇਹ ਭੇਦ ਖੁੱਲ੍ਹਦਾ ਵੀ ਜੋ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਵੀ ਉਹ ਬਿਲਕੁਲ ਸੱਚ। ਨਾਨਕ ਦੁਖੀਆ ਸਭ ਸੰਸਾਰ,
ਵੀ ਇਹ ਸੰਸਾਰ ਹੈ ਜਿਹੜਾ ਇਹ ਦੁਖੀ ਹੈ। ਦੁਖੀ ਤਾਂ ਹੈ ਕਿਉਂਕਿ ਨਾਮ ਤੋਂ ਟੁੱਟਿਆ ਹੋਇਆ, ਨਾਮ ਨੂੰ ਭੁੱਲਿਆ ਹੋਇਆ। ਜੇ ਅਸੀਂ ਨਾਮ ਨੂੰ ਆਪਣਾ ਆਧਾਰ ਆਸਰਾ ਬਣਾ ਲਾਂਗੇ ਫਿਰ ਅਸੀਂ ਸਦਾ ਲਈ ਸੁਖੀ ਹੋ ਜਾਵਾਂਗੇ। ਫਿਰ ਸਾਡੀ ਜਿਹੜੀ ਭੁੱਖ ਉਹ ਖਤਮ ਹੋ ਜਾਏਗੀ ਅਤੇ ਸਾਡੇ ਮਨ ਦੀ ਤ੍ਰਿਪਤੀ ਹੋ ਜਾਏਗੀ ਅਤੇ ਅਸੀਂ ਰੱਜ ਜਾਵਾਂਗੇ। ਨਹੀਂ ਤਾਂ ਇਹ ਮਾਇਆ ਦੇ ਵਿੱਚ ਕਿਸੇ ਦੀ ਤ੍ਰਿਪਤੀ ਨਹੀਂ ਹੁੰਦੀ, ਕੋਈ ਕਦੇ ਵੀ ਰੱਜਦਾ ਨਹੀਂ ਹੈ। ਨਾ ਤਾਂ ਜੀਵ ਦੀਆਂ ਅੱਖਾਂ ਰੱਜਣ, ਨਾ ਉਹਦੇ ਇਹਨਾਂ ਨੇਤਰਾਂ ਦੀ ਤ੍ਰਿਪਤੀ ਹੋਵੇ, ਨਾ ਉਹਦੇ ਕੰਨ ਰੱਜਣ, ਇਹਦੀ ਤ੍ਰਿਸ਼ਨਾ ਬੁਝੇ, ਨਾ ਉਹਦੀ ਰਸਨਾ ਮੁੱਖ ਇਹਦੀ ਤ੍ਰਿਸ਼ਨਾ ਬੁਝੇ, ਇਹ ਰੱਜੇ। ਇਹ ਭੁੱਖੇ ਮਨ ਦੀ ਨਿਸ਼ਾਨੀ ਜਿਹੜਾ ਭੁੱਖਾ, ਮਹਾਰਾਜ ਕਹਿੰਦੇ ਭੁੱਖਾ ਤਾਂ ਰੱਜੇਗਾ ਜੇ ਮਾਲਕ ਦੇ ਗੁਣ ਗਾਏ, ਜੇ ਉਹਦੇ ਗੁਣ ਗਾ ਗਾ ਕੇ ਮਾਲਕ 'ਚ ਸਮਾਏਗਾ, ਨਾਮ ਦੇ ਵਿੱਚ ਸਮਾਏਗਾ ਅਤੇ ਇਹਦੇ ਭੁੱਖੇ ਦੀ ਭੁੱਖ ਉਤਰ ਜੇਗੀ, ਇਹਦੀ ਤ੍ਰਿਪਤੀ ਹੋ ਜਾਏਗੀ, ਰੱਜ ਜੇਗਾ। ਨਹੀਂ ਤਾਂ ਰੱਜ ਨਹੀਂ ਸਕਦਾ। ਫਰਮਾਉਂਦੇ ਗੁਰੂ ਨਾਨਕ ਪਾਤਸ਼ਾਹ, ਆਖਣ ਆਖ ਨਾ ਰੱਜੇ, ਸੁਣ ਨਾ ਰੱਜੇ ਕੰਨ, ਆਖੀਂ ਵੇਖ ਨਾ ਰੱਜੀਆਂ, ਗੁਣ ਗਾਹਕ ਇੱਕ ਬੰਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀਂ ਭੁੱਖ ਨਾ ਜਾਏ। ਨਾਨਕ ਭੁੱਖਾ ਤਾਂ ਰੱਜੇ ਜੇ ਗੁਣ ਕੇ ਗੁਣੀ ਸਮਾਈ। ਬਈ ਨਾ ਤਾਂ ਜੀਵ ਦੀਆਂ ਅੱਖਾਂ ਰੱਜਣ, ਨਾ ਕੰਨ, ਨਾ ਰਸਨਾ ਦੀ ਤ੍ਰਿਪਤੀ ਹੋਵੇ। ਇਹ ਭੁੱਖਾ ਰੱਜੇ ਤਾਂ ਸਤਿਗੁਰੂ ਕਹਿੰਦੇ ਇਹ ਮਾਲਕ ਦੇ ਗੁਣ ਗਾਵੇ। ਹੁਣ ਜੇ ਅਸੀਂ ਇਹ ਇੰਨਾ ਕੁ ਵੀ ਸਮਝ ਜੀਏ ਸਤਿਗੁਰੂ ਜੋ ਸਾਨੂੰ ਕਹਿ ਰਹੇ ਵੀ ਇਹ ਮਾਇਆ ਦੇ ਵਿੱਚ ਕਦੇ ਕਿਸੇ ਦੀ ਤ੍ਰਿਪਤੀ ਨਹੀਂ ਹੁੰਦੀ, ਅਤੇ ਸਾਡੀ ਜਿਹੜੀ ਦੌੜ ਉਹ ਖਤਮ ਹੋ ਜੀ, ਜਿਹੜਾ ਸਾਡੀ ਭੱਜ ਦੌੜ ਰੁਕ ਜਾਵੇ ਮਨ ਦੀ। ਪਰ ਜਦ ਤੱਕ ਅਸੀਂ ਗੁਰੂ ਦੀ ਮੱਤ ਨਹੀਂ ਲੈਂਦੇ, ਸਾਨੂੰ ਭਰਮ ਬਣਿਆ ਹੋਏ ਬਈ ਫਲਾਣਾ ਨਹੀਂ ਸੁਖੀ ਹੋਇਆ ਹੋਣਾ, ਉਹਨੂੰ ਨਹੀਂ ਭੇਤ, ਉਹਨੂੰ ਨਹੀਂ ਸੋਝੀ, ਅਸੀਂ ਤਾਂ ਸਿਆਣੇ ਬਹੁਤ, ਅਸੀਂ ਸੁਖੀ ਹੋ ਜਾ। ਮਹਾਰਾਜ ਕਹਿੰਦੇ ਵੀ ਇਹ ਭਰਮ ਜੀਵ ਦਾ ਉਹਨਾਂ ਸਮਾਂ ਬਣਿਆ ਰਹਿੰਦਾ ਜਦ ਤੱਕ ਗੁਰੂ ਦੀ ਮੱਤ ਨਹੀਂ ਲੈਂਦਾ। ਜਦੋਂ ਫਿਰ ਅਸੀਂ ਇਹ ਸਤਿਗੁਰਾਂ ਦੀ ਹਜ਼ੂਰੀ 'ਚ ਆਉਂਦੇ ਹਾਂ, ਸਤਿਗੁਰ ਸਾਡੇ ਫਿਰ ਇਹ ਭਰਮ ਜਿਹੜੇ ਇਹ ਖਤਮ ਕਰ ਦਿੱਤੇ। ਮਾਰੇ ਫਰਮਾਉਂਦੇ, ਸਰਬ ਸੁੱਖਾਂ ਬਣੇ ਤੇਰੇ ਓਲੇ, ਭਰਮ ਕੇ ਪੜਦੇ ਸਤਿਗੁਰ ਖੋਲੇ। ਸਤਿਗੁਰੂ ਸਾਡੇ ਭਰਮ ਦੇ ਪੜਦੇ ਚੁੱਕਦੇ, ਸਾਨੂੰ ਭਰਮ 'ਚ ਨਹੀਂ ਰੱਖਦੇ, ਸਾਡਾ ਭਰਮ ਖਤਮ ਕਰਦੇ ਵੀ ਤੁਸੀਂ ਭਰਮ 'ਚ ਨਾ ਰਹੋ, ਤੁਸੀਂ ਇਹਨਾਂ ਭਰਮਾਂ ਤੋਂ ਉੱਪਰ ਉੱਠੋ। ਭਰਮ ਕੀ ਇਹ ਵਿਚਾਰ ਫੁਰਨੀ, ਇਹ ਆਸ਼ਾ ਵਿਲਾਸ਼ਾ ਤ੍ਰਿਸ਼ਨਾਵਾਂ, ਇਹ ਸਭ ਭਰਮ ਹੈ। ਜਦ ਤੱਕ ਅਸੀਂ ਇਹ ਆਸ਼ਾ ਵਿਲਾਸ਼ਾਵਾਂ ਦੇ ਵਿੱਚ ਚੱਲਾਂਗੇ, ਇਹਨਾਂ ਨੇ ਸਾਨੂੰ ਭਰਮ 'ਚ ਹੀ ਰੱਖਣਾ। ਮਹਾਰਾਜ ਤਾਈਓ ਸਾਨੂੰ ਸਮਝਾਉਂਦੇ ਵੀ ਇਹ ਆਸਾ ਦੇ ਵਿੱਚ ਹੀ ਜੀਵ ਜੰਮਦਾ ਅਤੇ ਆਸਾ 'ਚ ਹੀ ਮਰ ਜਾਂਦਾ, ਅਤੇ ਉਹਦੀਆਂ ਮਨਮੁਖ ਦੀਆਂ ਆਸਾਂ ਪੂਰੀਆਂ ਹੁੰਦੀਆਂ ਹੀ ਨਹੀਂ ਕਦੇ। ਮਹਾਰਾਜ ਕਹਿੰਦੇ ਆਸਾ ਅੰਦਰ ਜੰਮੇ, ਆਸਾ ਰਸ ਕਾ ਸਿਖਾਏ, ਆਸਾ ਬੰਧ ਚਲਾਈਏ, ਮੂੰਹੇ ਮੂੰਹ ਚੋਟਾਂ ਖਾਏ। ਬਈ ਮਨਮੁਖ ਜਿਹੜਾ ਉਹ ਹਰ ਸਮੇਂ ਆਸ਼ਾ ਵਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਹੀ ਚੱਲਦਾ, ਵੀ ਮੇਰੀ ਆਹ ਆਸਾ ਪੂਰੀ ਹੋ ਜੀ, ਇੱਕ ਪੂਰੀ ਹੋਈ ਅਤੇ ਗਾਂ ਹੋਰ ਬਣ ਗਈ, ਆਹ ਪੂਰੀ ਹੋ ਜੀ, ਉਹ ਖਤਮ ਹੀ ਨਹੀਂ ਹੁੰਦੀਆਂ, ਗਾਂ ਦੀ ਗਾਂ ਲੜੀ ਦੇ ਨਾਲ ਲੜੀ ਜੁੜਦੀ ਜਾਂਦੀ ਅੱਗੇ ਦੀ ਅੱਗੇ। ਹੁਣ ਮਹਾਰਾਜ ਇਸ ਲਈ ਫਿਰ ਸਮਝਾਉਂਦੇ ਵੀ ਇਹ ਆਸਾ ਕਰਦਾ ਜੱਗ ਜਿਹੜਾ ਇਹ ਖਤਮ ਹੋ ਜਾਂਦਾ ਜੀਵ, ਵੀ ਉਹਦੀਆਂ ਆਸਾਂ ਕਦੇ ਪੂਰੀਆਂ ਹੁੰਦੀਆਂ। ਆਸਾ ਕਰਤਾ ਜਗ ਮੁਆ, ਆਸਾ ਮਰੇ ਨਾ ਜਾਏ। ਨਾਨਕ ਆਸਾਂ ਪੂਰੀਆਂ
ਸੱਚੇ ਸਿਉਂ ਚਿੱਤ ਲਾਏ। ਜਿਨ੍ਹਾਂ ਨੇ ਸੱਚ ਦੇ ਨਾਲ, ਨਾਮ ਦੇ ਨਾਲ ਚਿੱਤ ਲਾ ਲਿਆ, ਉਹਨਾਂ ਦੀ ਆਸ ਪੂਰੀ ਹੋ ਗਈ। ਉਹਨਾਂ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ, ਕਿਉਂਕਿ ਉਹਨਾਂ ਦੀਆਂ ਕੋਈ ਆਸਾਂ ਰਹਿੰਦੀਆਂ ਹੀ ਨਹੀਂ ਸੰਸਾਰ 'ਚ। ਉਹਨਾਂ ਦੇ ਵਿਚਾਰ ਖਤਮ ਹੋ ਜਾਂਦੇ। ਜਿਹੜਾ ਸੰਸਾਰ ਦੇ ਵਿੱਚ ਚੱਲਦਾ, ਉਹਦੀਆਂ ਆਸਾਂ ਕਦੇ ਖਤਮ ਨਹੀਂ ਹੁੰਦੀ। ਗਾਂ ਦੀ ਗਾਂ, ਅੱਗੇ ਦੀ ਅੱਗੇ ਹੋਰ ਵੱਧਦੀਆਂ ਜਾਂਦੀ। ਮਹਾਰਾਜ ਇਸ ਲਈ ਫਿਰ ਸਾਨੂੰ ਕਹਿੰਦੇ ਵੀ ਜੇ ਆਸਾ ਕਰਨੀ ਤੇ ਇੱਕ ਮਾਲਕ ਦੀ ਕਰੋ, ਪਰਮਾਤਮਾ ਦੀ, ਉਹਦੇ ਮਿਲਾਪ ਦੀ। ਜੇ ਅਸੀਂ ਹੋਰ ਆਸਾ ਰੱਖਾਂਗੇ ਤੇ ਸਾਨੂੰ ਨਿਰਾਸ਼ ਹੋਣਾ ਪਏਗਾ, ਕਿਉਂਕਿ ਸਾਡਾ ਸਮਾਂ ਖਤਮ ਹੋ ਜਾਣਾ। ਮਹਾਰਾਜ ਕਹਿੰਦੇ ਕਬੀਰ ਆਸਾ ਕੀਜੇ ਏਕ ਕੀ ਅਵਰੇ ਆਸ ਨਿਰਾਸ। ਵੀ ਜੇ ਆਸ ਕਰਨੀ ਤੇ ਇੱਕ ਮਾਲਕ ਦੀ ਕਰ, ਵੀ ਉਹ ਤੋਂ ਅਸੀਂ ਵਿਛੜੇ ਹਾਂ, ਉਹਦੇ ਨਾਲ ਸਾਡਾ ਮਿਲਾਪ ਹੋ ਜੇ। ਜਦੋਂ ਸਾਡਾ ਮਿਲਾਪ ਹੋ ਜਾਂਦਾ, ਅਸੀਂ ਘਰ ਚਲੇ ਗਏ ਤੇ ਸਾਡੀ ਸਾਰੀ ਆਸ ਪੂਰੀ ਹੋ ਗਈ। ਮਹਾਰਾਜ ਇਸ ਲਈ ਜਿਹੜੇ ਫਿਰ ਗੁਰਮੁਖ ਘਰ ਗਏ, ਫਿਰ ਉਹਨਾਂ ਨੇ ਆਖਿਆ ਵੀ ਸਾਡੀ ਆਸ ਸੀ ਜਿਹੜੀ ਪੂਰੀ ਹੋ ਗਈ, ਸਾਡੀ ਤ੍ਰਿਸ਼ਨਾ, ਇਹ ਆਸ਼ਾਵਾਂ ਜਿਹੜੀਆਂ ਖਤਮ ਹੋ ਗਈ। ਮਹਾਰਾਜ ਫਰਮਾਉਂਦੇ ਗੁਰ ਸੰਤ ਜਨੋਂ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁਝ ਗਈ ਆਸੇ। ਵੀ ਜਦੋਂ ਮਾਲਕ ਨੂੰ ਮਿਲ ਗਏ, ਸਾਡੀ ਤ੍ਰਿਸ਼ਨਾ ਵੀ ਬੁਝ ਗਈ ਤੇ ਜਿਹੜੀ ਆਸ ਸੀ ਉਹ ਵੀ, ਆਸਾਂ ਅਭਿਲਾਸ਼ਾ ਖਤਮ ਹੋ ਗਈ। ਹੁਣ ਤਾਈਆਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਮਾਰਗ ਦੇ ਉੱਤੇ ਚੱਲਦੇ ਹੋਏ ਅਸੀਂ ਸੰਸਾਰ ਦਾ ਜਿਹੜਾ ਇਹਦੇ 'ਤੇ ਸਾਡਾ ਮਨ ਥਿਰ ਨਹੀਂ ਰਹਿ ਸਕਦਾ। ਆਸ਼ਾ ਅਭਿਲਾਸ਼ਾ ਤ੍ਰਿਸ਼ਨਾਵਾਂ ਦੇ ਵਿੱਚ ਚੱਲਦਾ ਹੋਇਆ ਇਹ ਇੱਕ ਥਾਂ 'ਤੇ ਰੁਕਦਾ ਨਹੀਂ, ਇਹ ਵਿਸ਼ਰਾਮ ਨਹੀਂ ਕਰਦਾ, ਫਿਰ ਇਹ ਅੱਗੇ ਦੀ ਅੱਗੇ ਭੱਜਿਆ ਹੀ ਫਿਰਦਾ। ਹੁਣ ਤਾਈਓ ਸਾਨੂੰ ਕਹਿੰਦੇ ਵੀ ਤੁਸੀਂ ਸੰਤ ਮਾਰਗ 'ਤੇ ਚੱਲੋ, ਤੁਸੀਂ ਇਹ ਧਾਰ ਦਾ ਰਸਤਾ ਛੱਡ ਕੇ ਤੁਸੀਂ ਲਿਵ ਦਾ ਮਾਰਗ ਜਿਹੜਾ ਉਹਦੇ ਉੱਤੇ ਚੱਲੋ। ਇਹ ਦੋ ਹੀ ਰਾਸਤੇ, ਤੀਜਾ ਹੋਰ ਕੋਈ ਰਾਹ ਨਹੀਂ। ਲਿਵ ਧਾਰ ਦੋ ਹੀ ਰਾਹੋ ਹੈ, ਹੁਕਮੀ ਕਾਰ ਕਮਾਈ। ਹੁਣ ਜੇ ਤਾਂ ਅਸੀਂ ਧਾਰ ਦੇ ਰਸਤੇ 'ਤੇ ਚੱਲਾਂਗੇ, ਫਿਰ ਸਾਡਾ ਮਨ ਜਿਹੜਾ ਉਹ ਸ਼ਾਂਤੀ ਰਹੇਗਾ, ਦੁਖੀ ਰਹੇਗਾ। ਜੇ ਅਸੀਂ ਲਿਵ ਦੇ ਮਾਰਗ 'ਤੇ ਚੱਲਾਂਗੇ, ਇਹਦੇ 'ਤੇ ਸੁੱਖ ਹੀ ਸੁੱਖ, ਸ਼ਾਂਤੀ ਸ਼ਾਂਤੀ, ਆਨੰਦ ਹੀ ਆਨੰਦ। ਹੁਣ ਮਾਰਗ ਅਸੀਂ ਤੈਅ ਕਰਨਾ ਤੇ ਅਸੀਂ ਚਾਹੁੰਨਾ ਵੀ ਅਸੀਂ ਕਿਹੜੇ ਰਾਹ 'ਤੇ ਜਾਣਾ, ਵੀ ਅਸੀਂ ਧਾਰ ਦੇ ਰਾਹ 'ਤੇ ਜਾਣਾ ਕਿ ਜਾਂ ਲਿਵ ਦੇ ਰਾਹ 'ਤੇ ਜਾਣਾ। ਹੁਣ ਜਿਹੜਾ ਦਾ ਧਾਰ ਦਾ ਰਾਹ, ਉਹਦੇ 'ਤੇ ਰਸ਼ ਬਹੁਤ ਸੀ, ਉਹਦੇ 'ਤੇ ਸਾਰਾ ਸੰਸਾਰ ਹੀ ਚੱਲਿਆ ਹੋਇਆ। ਜਿਹੜਾ ਇਹ ਲਿਵ ਦਾ ਮਾਰਗ, ਇਹਦੇ 'ਤੇ ਵਿਰਲੇ ਵਿਰਲੇ ਗੁਰਮੁਖ ਚੱਲਦੇ, ਬਹੁਤ ਥੋੜ੍ਹੇ। ਜਿਹੜੇ ਚੱਲਦੇ ਉਹਨਾਂ ਨੂੰ ਕਹਿੰਦੇ ਉੱਤਮ, ਵੀ ਜਿਹੜੇ ਜੱਗ ਦੇ ਵਿੱਚ ਉਹ ਉੱਤਮ ਗੁਰਮੁਖ ਨੇ, ਪਰ ਹੈ ਉਹ ਵਿਰਲੇ ਵਿਰਲੇ ਨੇ। ਮਹਾਰਾਜ ਫਰਮਾਉਂਦੇ ਜੱਗ ਮੈਂ ਉੱਤਮ ਕਾਢੀਏ, ਵਿਰਲੇ ਕਹੀ ਕਿ ਵੀ ਉਹ ਵਿਰਲੇ ਵਿਰਲੇ। ਜਦੋਂ ਅਸੀਂ ਇਹ ਸੰਤ ਮਾਰਗ 'ਤੇ ਚੱਲਾਂਗੇ, ਉਦੋਂ ਕਹਿੰਦੇ ਵੱਡੇ ਭਾਗਾਂ ਵਾਲੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡਭਾਗੀ ਪਾਏ। ਜਦੋਂ ਅਸੀਂ ਇਹ ਮਾਰਗ ਦੇ ਉੱਤੇ ਚੱਲਾਂਗੇ, ਇਹਦੇ 'ਤੇ ਚੱਲਣ ਵਾਲੇ ਬਹੁਤ ਥੋੜ੍ਹੇ। ਜ਼ਿਆਦਾ ਜੀਵ ਬਹੀਰਾਂ ਘਤੀਆਂ ਹੋਈਆਂ ਧਾਰ ਦੇ ਮਾਰਗ ਦੇ ਉੱਤੇ। ਹੁਣ ਇਹ ਜਿਹੜਾ ਮਾਰਗ ਉਹ ਧਾਰ ਦੇ ਮਾਰਗ ਦੇ ਉਲਟ ਹੈ। ਜਦੋਂ ਹੁਣ ਅਸੀਂ ਉਲਟ ਚੱਲਾਂਗੇ, ਜਿਹੜੇ ਜੀਵ ਧਾਰ ਦੇ ਰਾਹ 'ਤੇ ਚੱਲ ਰਹੇ ਉਹ ਆਪਾਂ ਨੂੰ ਮਖੌਲ ਕਰਨਗੇ ਵੀ ਇਹ ਦੇਖੋ ਇਹ ਪੁੱਠੇ ਹੀ ਚੱਲਦੇ ਨੇ। ਹਾਲਾਂਕਿ ਪੁੱਠੇ ਉਹ ਚੱਲ ਰਹੇ ਨੇ ਆਪ, ਪਰ ਉਹਦੇ 'ਤੇ ਜ਼ਿਆਦਾ ਜੀਵ ਚੱਲਦੇ ਹੋਣ ਕਰਕੇ ਉਹਨਾਂ ਦੀ ਗਿਣਤੀ ਜ਼ਿਆਦਾ ਹੈ। ਫਿਰ ਉਹ ਜਿਹੜੇ ਗੁਰਮੁਖ ਇਹ ਲਿਵ ਦੇ ਰਸਤੇ 'ਤੇ ਚੱਲਦੇ, ਉਹਨਾਂ ਨੂੰ ਕਹਿੰਦੇ ਵੀ ਇਹ ਪੁੱਠੇ ਚੱਲਦੇ ਨੇ। ਉਹ ਆਪ ਧਾਰ ਦੇ ਰਸਤੇ 'ਤੇ ਚੱਲਦੇ ਹੋਏ, ਆਪ ਕਮਲੇ ਹੋਏ ਉਹਨਾਂ ਗੁਰਮੁਖਾਂ ਨੂੰ ਕਮਲੇ ਕਹਿੰਦੇ ਜਿਹੜੇ ਇਸ ਮਾਰਗ 'ਤੇ ਚੱਲਦੇ।
ਤਾਈਓਂ ਭਗਤਾਂ ਨੂੰ, ਗੁਰੂ ਸਾਹਿਬਾਨਾਂ ਨੂੰ ਵੀ, ਜਿਹੜੇ ਐਸੇ ਜੀਵ ਸਿਧਾਰਥ ਦੇ ਰਸਤੇ 'ਤੇ ਚੱਲਦੇ ਹੋਏ, ਫਿਰ ਉਹਨਾਂ ਨੇ ਉਹਨਾਂ ਨੂੰ ਇਸ ਤਰ੍ਹਾਂ ਦੇ ਸ਼ਬਦ ਆਖੇ, ਜਿਵੇਂ ਬਾਬਾ ਕਬੀਰ ਜੀ ਨੂੰ ਕਹਿੰਦੇ ਸੰਸਾਰੀ ਵੀ ਕਬੀਰ ਬੌਰਾ ਹੋ ਗਏ, ਵੀ ਇਹ ਤਾਂ ਸੰਸਾਰ ਨਾਲੋਂ ਉਲਟੀ ਚੱਲਦਾ। ਮਹਾਰਾਜ ਕਹਿੰਦੇ ਲੋਕ ਕਹੇ ਕਬੀਰ ਬਰਾਨਾ, ਵੀ ਲੋਕ ਕਹਿੰਦੇ ਕਬੀਰ ਹੈ ਜਿਹੜਾ ਉਹ ਬੌਰਾ ਹੋ ਗਿਆ, ਵੀ ਕਮਲਾ ਹੋ ਗਿਆ, ਵੀ ਇਹ ਉਹ ਗੱਲਾਂ ਕਰਦਾ ਵੀ ਜਿਹੜੀਆਂ ਸਮਝ ਤੋਂ ਪਰੇ ਦੀ। ਇਹ ਨਹੀਂ ਪਤਾ ਵੀ ਕਮਲੇ ਅਸੀਂ ਖੁਦ ਹੋਏ ਹਾਂ, ਜਿਹੜਾ ਅਸੀਂ ਉਹਨਾਂ ਦੀ ਗੱਲ ਨਹੀਂ ਸਮਝਦੇ। ਜੋ ਸਾਨੂੰ ਸਮਝਾਉਂਦੇ ਵੀ ਸਾਨੂੰ ਤਾਂ ਨਹੀਂ ਸਮਝ ਲੱਗਦੀ ਕਿਉਂਕਿ ਅਸੀਂ ਕਮਲੇ ਹੋਏ ਫਿਰਦੇ। ਇਹ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਨੂੰ ਵੀ ਜੀਵਾਂ ਨੇ, ਕਿਸੇ ਨੇ ਆਖਿਆ ਵੀ ਬੇਤਾਲਾ ਹੈ, ਭੂਤਨਾ ਹੈ, ਉਹਨਾਂ ਨੂੰ ਵੀ ਇੱਦਾਂ ਦੇ ਵਚਨ ਆਖੇ। ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਪਾਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹੋ ਹਰ ਬਿਨ ਅਵਰ ਨਾ ਜਾਨਾ। ਮਾਰੇ ਨੂੰ ਵੀ ਕਹਿੰਦੇ ਵੀ ਇਹ ਭੂਤਨਾ ਹੈ ਜੀ, ਇਹ ਬੇਤਾਲਾ ਹੋ ਗਈ। ਹੁਣ ਇਹ ਨਹੀਂ ਪਤਾ ਵੀ ਬੇਤਾਲੇ ਅਸੀਂ ਖੁਦ ਹੋਏ, ਕਿਉਂਕਿ ਜਿਹੜੇ ਨਾਮ ਨੂੰ ਨਹੀਂ ਬੁੱਝਦੇ, ਮਹਾਰਾਜ ਕਹਿੰਦੇ ਵੀ ਨਾਮ ਤੋਂ ਬਿਨਾਂ ਸਾਡੇ ਮਨ ਸੀ ਜਿਹੜੇ, ਉਹ ਸਾਰੇ ਬੇਤਾਲੇ ਹੋ ਗਏ, ਉਹ ਕਮਲੇ ਹੋ ਗਏ। ਇਸ ਲਈ ਫਰਮਾਉਂਦੇ ਬਿਨ ਨਾਮੇ ਜਗ ਕਮਲਾ ਫਿਰ, ਗੁਰਮੁਖ ਨਦਰੀ ਆਇਆ, ਵੀ ਨਾਮ ਤੋਂ ਬਿਨਾਂ ਜਿਹੜੇ ਸਾਡੇ ਮਨ ਇਹ ਕਮਲੇ ਹੋਏ ਫਿਰਦੇ। ਜਿਹੜਾ ਕਮਲਾ ਉਹ ਇੱਕ ਥਾਂ 'ਤੇ ਟਿਕਦਾ ਨਹੀਂ। ਕਮਲੇ ਨੂੰ ਆਪਦੇ ਘਰ ਬਾਰ ਦਾ ਨਹੀਂ ਪਤਾ, ਨਾ ਕਮਲਾ ਨਹਾਵੇ ਧੋਵੇ, ਨਾ ਕਮਲਾ ਚੰਗਾ ਖਾਵੇ, ਨਾ ਚੰਗਾ ਪਹਿਨੇ। ਜਿੱਧਰ ਨੂੰ ਕਮਲੇ ਦਾ ਮੂੰਹ ਹੁੰਦਾ ਉੱਧਰ ਨਹੀਂ ਭੱਜ ਤੁਰਦਾ, ਉੱਧਰ ਨਹੀਂ ਚਲਾ ਜਾਂਦਾ। ਹੁਣ ਉਹ ਕਮਲੇ ਵਾਲੀ ਅਵਸਥਾ ਇਹ ਸਾਡੇ ਮਨ ਦੀ ਹੋ ਗਈ ਕਮਲੇ 'ਚ। ਜਿਹੜਾ ਕਮਲਾ ਹੋਇਆ ਨਾ, ਤੁਸੀਂ ਉਹਨੂੰ ਕਹੋਗੇ ਸਿਮਰਨ ਕਰ ਲਾ, ਉਹ ਸਿਮਰਨ ਨਹੀਂ ਕਰੇਗਾ। ਕੀ ਹੋ ਗਿਆ, ਉਹ ਕਮਲਾ ਹੋਇਆ। ਜੇ ਸਿਮਰਨ ਕਰੇਗਾ ਤਾਂ ਉਹਦਾ ਇਸ਼ਨਾਨ ਹੋ ਜਾਏਗਾ, ਧੋਤਾ ਜਾਏਗਾ, ਪਰ ਉਹ ਸਿਮਰਨ ਕਰੇਗਾ ਨਹੀਂ। ਜਿਹੜਾ ਕਮਲਾ ਹੋਇਆ ਤੁਸੀਂ ਉਹਨੂੰ ਕਹੋਗੇ ਸੰਗਤ ਕਰ, ਕਮਲਾ ਸੰਗਤ 'ਚ ਨਹੀਂ ਆਏਗਾ। ਹੁਣ ਇਹ ਕਮਲੇ ਮਨ ਦੀ ਨਿਸ਼ਾਨੀ, ਫਿਰ ਕਮਲਾ ਮਨ ਆਪ ਮੁਹਾਰੇ ਬੋਲੀ ਜਾਏ, ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੀਆਂ ਚੁਗਲੀਆਂ ਕਰ ਲਈਆਂ, ਕਿਸੇ ਦੇ ਔਗਣ ਫਰੋਲ ਲਏ, ਕਿਸੇ ਨੂੰ ਫਿੱਕੇ ਬੋਲ ਦਿੱਤੇ। ਜਾਣੀ ਦੇ ਕਮਲੇ ਨੇ ਚੰਗਾ ਬੋਲਣਾ ਹੀ, ਉਹਨੇ ਦੁਵਦਾ, ਈਰਖਾ, ਵੈਰ, ਵਿਰੋਧ, ਨਫ਼ਰਤ, ਹਉਮੈ, ਹੰਕਾਰ ਦੀ ਇਸੇ ਤਰ੍ਹਾਂ ਦੀਆਂ ਗੱਲਾਂ ਕਰਨੀਆਂ, ਉਦੋਂ ਕਹਿੰਦੇ ਕਮਲਾ ਹੋਏ। ਹੁਣ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਵੀ ਨਾਮ ਤੋਂ ਬਿਨਾਂ ਫਿਰ ਇਹ ਸਾਡੇ ਮਨਾਂ ਦੀ ਹਾਲਤ ਹੋ ਗਈ। ਕਮਲੇ ਅਸੀਂ ਆਪ ਹੋਏ ਕਹਿੰਦੇ ਅਸੀਂ ਉਹਨਾਂ ਗੁਰਮੁਖਾਂ ਨੂੰ ਕਮਲੇ ਜਿਹੜੇ ਸਾਨੂੰ ਸੱਚ ਤੇ ਨਾਂ ਦਾ ਭੇਤ ਦਿੰਦੇ, ਜਿਹੜੇ ਸਾਨੂੰ ਕਹਿੰਦੇ ਵੀ ਇਸ਼ਨਾਨ ਕਰੋ, ਸਿਮਰਨ ਕਰੋ ਤਾਂ ਕਿ ਸਾਡੇ ਮਨ ਦੀ ਮੈਲ ਲੱਥ ਜੇ, ਜਿਹੜੇ ਸਾਨੂੰ ਸਾਡੇ ਘਰ ਦਾ ਭੇਤ ਦਿੰਦੇ, ਸੋਝੀ ਦਿੰਦੇ, ਉਹ ਕਮਲੇ ਹੋਏ ਮਨ, ਉਹਨਾਂ ਨੂੰ ਕਮਲੀ ਕਹਿੰਦੇ। ਮਹਾਰਾਜ ਇਸ ਵਾਸਤੇ ਫਿਰ ਸਮਝਾਉਂਦੇ ਵੀ ਇਹ ਸੰਸਾਰ ਦਾ ਸਾਰਾ ਜਿਹੜਾ ਖੇਲ ਇਹ ਪੁੱਠਾ ਚੱਲਦਾ, ਇਹ ਉਲਟ ਚੱਲਦਾ। ਅਤੇ ਤਾਂਹੀਓ ਮਾਲਕ ਗੁਰਮੁਖਾਂ ਨੂੰ ਜਦੋਂ ਇੱਥੇ ਭੇਜਦੇ, ਉਹਨਾਂ ਨੂੰ ਜਦੋਂ ਬੁਲਾਉਂਦੇ ਵੀ ਤੁਹਾਡੀ ਡਿਊਟੀ ਲਾਉਣ ਲੱਗੇ ਆ, ਤੁਹਾਨੂੰ ਭੇਜਦੇ ਆ ਵੀ ਉੱਥੇ ਜਿੱਥੇ ਤੁਸੀਂ ਜਾਣਾ ਮਾਤ ਲੋਕ ਦੇ ਵਿੱਚ, ਉੱਥੇ ਜਿਹੜੇ ਮਨ ਨੇ ਉਹ ਕਮਲੇ ਹੋਏ ਨੇ। ਜੇ ਤੁਸੀਂ ਉੱਥੇ ਜਾ ਕੇ ਆਖੋ ਵੀ ਤੁਹਾਨੂੰ ਉਹ ਸਤਿਕਾਰ ਦੇਣਗੇ, ਉਹਨਾਂ ਕਮਲਿਆਂ ਦਾ ਪਤਾ ਕੋਈ ਨਹੀਂ ਵੀ ਸਤਿਕਾਰ ਦੀ ਤਾਂ ਉਹ ਤੁਹਾਨੂੰ ਸਜ਼ਾ ਦੇਣੀ ਸ਼ੁਰੂ ਕਰ ਦੇ। ਬਈ ਇਸ ਵਾਸਤੇ ਉਹ ਕਮਲੇ ਹੋਏ ਨੇ, ਉਹਨਾਂ ਨੂੰ ਸੋਝੀ ਨਹੀਂ, ਭੇਤ ਨਹੀਂ।
ਵੀ ਤੁਸੀਂ ਜਿਹੜਾ ਆਪਦਾ ਕੰਮ ਜੋ ਤੁਹਾਡੀ ਡਿਊਟੀ ਲਾ ਕੇ ਭੇਜ ਰਹੇ ਆ ਵੀ ਤੁਸੀਂ ਸਿਮਰਨ ਕਰਦੇ ਰਹਿਣਾ, ਤੁਸੀਂ ਭੇਜ ਦਿੱਤੀ ਜਾਣਾ, ਚਾਹੇ ਉਹ ਤੁਹਾਡੀ ਨਿੰਦਿਆ ਕਰਨ, ਚਾਹੇ ਤੁਹਾਨੂੰ ਮਾੜਾ ਆਖਣ, ਚਾਹੇ ਤੁਹਾਨੂੰ ਚੰਗਾ ਆਖਣ, ਤੁਸੀਂ ਆਪਦਾ ਜਿਹੜਾ ਗੁਣ ਉਹ ਗੁਣ ਨਹੀਂ ਗਵਾਉਣਾ। ਸਹਿਜ ਵੱਲ ਮਹਾਰਾਜ ਫਰਮਾਉਂਦੇ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਵੀ ਤੁਸੀਂ ਜਿਹੜਾ ਆਪਦਾ ਗੁਣ ਉਹ ਨਹੀਂ ਗਵਾ ਲੈਣਾ, ਵੀ ਤੁਸੀਂ ਰਸਤਾ ਦੱਸੀ ਜਾਣਾ, ਤੁਸੀਂ ਭੁੱਲਿਆਂ ਨੂੰ ਸਮਝਾਈ ਜਾਣਾ, ਚਾਹੇ ਤੁਹਾਡੇ ਜੀਵ ਖਿਲਾਫ ਹੋਣ, ਚਾਹੇ ਤੁਹਾਡੀ ਨਿੰਦਿਆ ਕਰਨ, ਤੁਸੀਂ ਆਪਦਾ ਜਿਹੜਾ ਗੁਣ ਉਹ ਨਹੀਂ ਗਵਾਉਣਾ। ਸਹਿਜ ਵੱਲ ਇਸ ਲਈ ਮਹਾਰਾਜ ਕਹਿੰਦੇ ਵੀ ਜਿਹੜਾ ਹਰੀ ਦਾ ਸੰਤ ਹੈ, ਵੀ ਉਹਨੂੰ ਚਾਹੇ ਕਰੋੜਾਂ ਅਸੰਤ ਮਿਲ ਜਾਣ, ਮਨਮੁਖ ਮਿਲ ਜਾਣ, ਪਰ ਉਹ ਆਪਦਾ ਜਿਹੜਾ ਸੁਭਾਅ ਉਹ ਸੁਭਾਅ ਨਹੀਂ ਬਦਲਦਾ। ਪਰਉਪਕਾਰ ਵਾਲਾ ਉਹ ਜਿਹੜਾ ਆਪਦਾ ਗੁਣ ਉਹ ਗੁਣ ਨਹੀਂ ਛੱਡਦਾ। ਸਹਿਜ ਵੱਲ ਮਹਾਰਾਜ ਇਸ ਲਈ ਫਰਮਾਉਂਦੇ, ਕਬੀਰ ਸੰਤ ਨਾ ਛੋੜੇ ਸੰਤ ਹੀ, ਜੋ ਕੋਟਕ ਮਿਲੇ ਅਸੰਤ। ਵੀ ਜਿਹੜਾ ਸੰਤ ਉਹ ਆਪਦਾ ਜਿਹੜਾ ਪਰਉਪਕਾਰ ਵਾਲਾ ਸੁਭਾਅ ਉਹ ਨਹੀਂ ਬਦਲਦਾ। ਜਿਵੇਂ ਚੰਦਨ ਦਾ ਰੁੱਖ ਹੈ, ਉਹ ਸੀਤਲ ਠੰਡਾ ਹੈ, ਸੱਪ ਉਹਦੇ ਨਾਲ ਆ ਕੇ ਲਪੇਟੇ ਵੀ ਮਾਰ ਲੈਂਦੇ, ਉਹ ਫਿਰ ਵੀ ਉਹਨਾਂ ਨੂੰ ਵੀ ਸੀਤਲ ਠੰਡਕ ਦਿੰਦਾ, ਹਾਲਾਂਕਿ ਉਹਨਾਂ ਦੇ ਅੰਦਰ ਜ਼ਹਿਰ ਹੈ, ਪਰ ਉਹ ਫਿਰ ਵੀ ਆਪਦਾ ਜਿਹੜਾ ਠੰਡਾ ਸੁਭਾਅ ਠੰਡਕ ਵਾਲਾ ਉਹ ਫਿਰ ਵੀ ਉਹਨਾਂ ਨੂੰ ਵੀ ਸੀਤਲ ਕਰਦਾ, ਉਹਨਾਂ ਨੂੰ ਵੀ ਠੰਡੇ ਕਰਦਾ। ਹੁਣ ਇਸੇ ਤਰ੍ਹਾਂ ਹੀ ਸੰਤ ਹੈ, ਸਾਧੂ ਗੁਰਮੁਖ, ਬੇਸ਼ੱਕ ਸਾਡੇ ਅੰਦਰ ਕਿੰਨਾ ਵੀ ਜ਼ਹਿਰ, ਸਾਡੇ ਅੰਦਰ ਦੁਵਿਧਾ, ਈਰਖਾ, ਬੈਰ, ਵਿਰੋਧ, ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਈ, ਪਰ ਉਹ ਫਿਰ ਵੀ ਆਪਦਾ ਜਿਹੜਾ ਸੁਭਾਅ ਸੀਤਲਤਾ ਵਾਲਾ ਉਹ ਛੱਡਦੇ ਨਹੀਂ। ਉਹ ਫਿਰ ਵੀ ਸਾਡੇ ਅੰਦਰ ਕਿੰਨੀ ਵੀ ਜ਼ਹਿਰ ਹੈ, ਉਹ ਫਿਰ ਵੀ ਸਾਨੂੰ ਠੰਡੇ ਕਰਦੇ, ਸਾਡੇ ਮਨਾਂ ਨੂੰ ਠੰਡਕ ਦਿੰਦੇ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਫਿਰ ਸਤ ਸੰਗਤ ਕਰਦੇ ਹਾਂ, ਸੰਗ ਕਰਦੇ ਸਾਧੂ ਸੰਤ ਜਨਾਂ 'ਚ, ਫਿਰ ਉਹ ਸਾਡੇ ਅੰਦਰ ਵੀ ਉਹ ਠੰਡ ਪੈਦਾ ਕਰ ਦਿੰਦੇ ਨਾਮ ਦੀ, ਸਾਡੇ ਮਨ ਨੂੰ ਵੀ ਸੀਤਲ ਕਰ ਦਿੰਦੇ। ਜਿਵੇਂ ਚੰਦਨ ਦਾ ਰੁੱਖ ਹੈ, ਉਹਦੇ ਇਰਦ ਗਿਰਦ ਜਿਹੜੇ ਵੀ ਦਰਖਤ ਹੁੰਦੇ ਉਹਨਾਂ ਦੇ ਵਿੱਚ ਵੀ ਸੁਗੰਧੀ ਪੈਦਾ ਕਰ ਦਿੰਦਾ, ਉਹਨਾਂ ਦੇ ਵਿੱਚ ਵੀ ਉਹ ਖੁਸ਼ਬੂ ਪੈਦਾ ਕਰ ਦਿੰਦਾ। ਔਰ ਇਸੇ ਤਰ੍ਹਾਂ ਹੀ ਇਹ ਸਾਧ ਸੰਗਤ ਦੀ ਵਡਿਆਈ ਮਹਾਰਾਜ ਫਰਮਾਉਂਦੇ, ਕਬੀਰ ਚੰਦਨ ਕਾ ਬਿਰਬਾ ਭਲਾ, ਬੇੜਿਓਂ ਢਾਕ ਭਲਾ, ਸੋਈ ਭੀ ਚੰਦਨ ਹੋਏ ਰਹੇ ਵਸੇ ਜੋ ਚੰਦਨ ਪਾਸ। ਵੀ ਜਿਹੜੇ ਚੰਦਨ ਪਾਸ ਵਸਦੇ ਉਹ ਵੀ ਚੰਦਨ ਹੀ ਹੋ ਜਾਂਦੇ, ਉਹਨਾਂ ਦੇ ਵਿੱਚ ਵੀ ਸੁਗੰਧੀ ਪੈਦਾ ਹੋ ਜਾਂਦੀ। ਔਰ ਇਸੇ ਤਰ੍ਹਾਂ ਹੀ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਸਾਡੇ ਅੰਦਰ ਇਹ ਨਾਮ ਦੀ ਖੁਸ਼ਬੂ ਉਹ ਪੈਦਾ ਹੋ ਜਾਂਦੀ। ਜੋ ਗੁਰਮੁਖ ਸੰਤ ਸਾਧੂ ਜਨ ਆਪ ਨਾਮ ਦੇ ਨਾਲ ਜੁੜੇ ਹੁੰਦੇ, ਉਹ ਆਪਾਂ ਨੂੰ ਵੀ ਨਾਮ ਦਾ ਭੇਦ ਦੇ ਕੇ ਸਾਨੂੰ ਵੀ ਉਹ ਨਾਮ ਦੇ ਨਾਲ ਜੋੜ ਦਿੰਦੇ। ਭਾਈਓ ਉਹ ਆਪ ਬ੍ਰਹਮ ਦਾ ਰੂਪ ਹੁੰਦੇ ਅਤੇ ਆਪਾਂ ਨੂੰ ਵੀ ਫਿਰ ਉਹ ਬ੍ਰਹਮ ਦਾ ਗਿਆਨ ਦੇ ਕੇ ਆਪਾਂ ਨੂੰ ਵੀ ਬ੍ਰਹਮ ਦੀ ਵਿਚਾਰ 'ਤੇ ਲਾ ਦਿੰਦੇ। ਮਹਾਰਾਜ ਇਸ ਲਈ ਫਰਮਾਉਂਦੇ, ਜਿਨ ਕੋ ਸਾਧੂ ਸੰਗ ਨਾਮ ਹਰ ਰੰਗ, ਤਿੰਨੀ ਬ੍ਰਹਮ ਵਿਚਾਰਿਆ ਜੀ। ਬਈ ਜਿਨ੍ਹਾਂ ਨੂੰ ਸਾਧੂ ਜਨਾਂ ਦਾ ਸੰਗ ਹੁੰਦਾ, ਉਹਨਾਂ 'ਤੇ ਨਾਮ ਦਾ ਰੰਗ ਚੜ੍ਹ ਜਾਂਦਾ ਅਤੇ ਉਹ ਬ੍ਰਹਮ ਦੀ ਵਿਚਾਰ ਕਰਨ ਲੱਗ ਜਾਂਦੇ। ਔਰ ਇਸੇ ਤਰ੍ਹਾਂ ਹੀ ਕਹਿੰਦੇ ਵੀ ਜਿਵੇਂ ਚੰਦਨ ਹੋਰਾਂ ਦੇ ਵਿੱਚ ਵੀ ਖੁਸ਼ਬੂ ਪੈਦਾ ਕਰ ਦਿੰਦਾ, ਉਸੇ ਤਰ੍ਹਾਂ ਹੀ ਸਾਡੇ ਮਨ ਦੇ ਵਿੱਚ ਇਹ ਖੁਸ਼ਬੂ ਪੈਦਾ ਹੋ ਜਾਂਦੀ। ਪਰ ਇੱਕ ਮਹਾਰਾਜ ਕਹਿੰਦੇ ਵੀ ਚੰਦਨ ਦੇ ਕੋਲ ਹੀ ਚਾਹੇ ਵੱਸਦਾ ਹੈ,
बांस नूं हंकार है अपनी लंबाई का, भी मैं बहुत उच्चा, मैं बहुत लम्मा, जिहदे अंदर फिर हौमे हंकार है। जिमें भगत जन बेशक संसारी तौर पर जीव कहते सी भी उन्हों की जात नीवीं है, उन्हों की कुल नीवीं। हुण जिन्हां ने तो उन्हों का संग किया, उन्होंने जीवन का लाहा कट लिया। जिन्हां दे अंदर हंकार सी भी साडी तो जात बड़ी उच्ची है जी, नीवीं जात दे, असीं इन्हां कोल क्यों जाइए, असीं इन्हां दा क्यों संग करिए, क्योंकि नीवीं जात दे साडी जात उच्ची। हंकार है। महाराज कहते भी जिन्हां दे अंदर फिर हंकार, जिमें बांस दे अंदर लंबाई का हंकार, वो चाहे चंदन के नेड़े ही वसदा, उहदे विच सगंध ही नहीं पैदा होंदी, क्योंकि वह संग नहीं करता। ਉਹਦੇ अंदर हौमे हंकार होने करके तां करके ਉਹਦੇ ਜਿਹੜੇ गुण ਉਹਦੇ ਵਿੱਚ ਆਉਂਦੇ ਨੇ। महाराज इसलिए फरमाउंदे कबीर बांस वडाई बूढ़िया, यो मत डूबो कोई, चंदन के नेगेटिव वसे बांस सगंध ना होई। भी नेड़े चंदन दे वसदा बांस, पर ਉਹਦੇ ਵਿੱਚ सगंध ही नहीं पैदा ਹੁੰਦੀ ਉਹ चंदन वाली, क्योंकि ਉਹਦੇ अंदर हंकार है, ਉਹਦੇ अंदर हौमे आपदी लंबाई का हंकार, मैं बड़ा उच्चा। हुण ये जिहड़ा घर गुरु नानक दा नीवें दा नमाणिਆਂ दा, जिन्ने असीं मन करके नीवें होवांगे, जिन्ने असीं नमाणे होवांगे, उन्ना ही असीं सुखी हो जाएंगे, उन्ना ही असीं आनंद वसदा चले जावांगे। मारे ताइयों सानू फरमाउंदे आपस को जो जाने नीचा, सो गणिए सब ते ऊंचा। हौले साडा मन किवें निमा होवे, ਉਹਦੇ वास्ते फिर आपां नूं सिमरन करना पैंदा। जिउं-जिउं असीं सिमरन करांगे साडे मन की मैल लथू, जिउं-जिउं साडे मन की मैल लथेगी तो ਉਹਦੇ ਉਹਨੇ निर्मल होना। ज्यों-ज्यों निर्मल होएगा फिर नमाना होएगा, फिर नीवा होएगा। जिन्ना मन निर्मल है उन्ना ही नमाना है, जिन्ना मन मैला उन्ना ही हंकारी है, उन्ना ही हौमे है। आओ हुण जो सतगुरु सानू कह रहे भी मन नूं निर्मल करने वास्ते ये सिमरन अभ्यास है। आओ सारे गुरमुख प्यारे करो जी शुरू। वाहे गुरु 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 वाहे गुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ ਫਿਰ ਸਾਡਾ ਜਿਹੜਾ ਮਨ ਹੈ ਇਹ ਨਿਰਮਲ ਹੁੰਦਾ। ਜਦੋਂ ਮਨ ਨਿਰਮਲ ਹੋਏਗਾ ਫਿਰ ਇਹ ਵਿਰਾਗੀ ਹੋ ਜਾਏਗਾ, ਫਿਰ ਹੀ ਇਹਦੇ ਅੰਦਰ ਪ੍ਰੇਮ ਪ੍ਰਗਟ ਹੋਣਾ। ਇਹੋ ਫਿਰ ਮਹਾਰਾਜ ਸਮਝਾਉਂਦੇ ਵੀ ਜੇ ਸਾਡਾ ਮਨ ਨਿਰਮਲ ਨਹੀਂ ਹੋਇਆ, ਜੇ ਸਾਡਾ ਮਨ ਨੀਵਾਂ ਨਹੀਂ ਹੋਇਆ, ਫਿਰ ਕਹਿੰਦੇ ਤੁਸੀਂ ਕੀ ਜਪ ਕਰਦੇ ਹੋ, ਕੀ ਤਪ ਕਰਦੇ ਹੋ, ਕੀ ਤੁਸੀਂ ਸੰਜਮ ਰੱਖਦੇ ਹੋ, ਕੀ ਤੁਸੀਂ ਇਸ਼ਨਾਨ ਕਰਦੇ ਹੋ। ਵੀ ਜੇ ਸਾਡਾ ਮਨ ਹੀ ਤਾਂ ਮੈਲਾ ਹੈ। ਮਹਾਰਾਜ ਇਸ ਲਈ ਫਰਮਾਉਂਦੇ ਕਿਆ ਜਪ ਕਿਆ ਤਪ ਸੰਜਮ, ਕਿਆ ਵਰਤ ਕਿਆ ਇਸ਼ਨਾਨ, ਜਬ ਲਗ ਜੁਗਤ ਨਾ ਜਾਣੀਏ ਭਵ ਭਗਤ ਭਗਵਾਨ। ਵੀ ਜਦ ਤੱਕ ਸਾਨੂੰ ਜੁਗਤੀ ਨਹੀਂ ਆਉਂਦੀ, ਸਾਡੇ ਅੰਦਰ ਇਹ ਪ੍ਰੇਮ ਨਹੀਂ ਪੈਦਾ ਹੁੰਦਾ। ਸੋ ਇਹ ਪ੍ਰੇਮਾ ਭਗਤੀ ਹੈ। ਫਿਰ ਜੇ ਪ੍ਰੇਮ ਹੈ ਤਾਂ ਫਿਰ ਹੀ ਭਗਤੀ ਹੋ ਸਕਦੀ। ਅਤੇ ਪ੍ਰੇਮ ਜਿਹੜਾ ਮਨ ਨਿਰਮਲ ਹੈ, ਜਿਹੜਾ ਮਨ ਵਿਰਾਗੀ ਹੈ, ਉਹਦੇ ਅੰਦਰ ਹੀ ਫਿਰ ਇਹ ਪ੍ਰੇਮ ਪੈਦਾ ਹੁੰਦਾ। ਸੋ ਇਸ ਵਾਸਤੇ ਹੁਣ ਆਪਾਂ ਮਨ ਨੂੰ ਨਿਰਮਲ ਕਰਨ ਵਾਸਤੇ ਵੱਧ ਤੋਂ ਵੱਧ ਇਸ ਸਿਮਰਨ ਅਭਿਆਸ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ ਅਤੇ ਵੱਧ ਤੋਂ ਵੱਧ ਇਹ ਆਪਾਂ ਸਤਸੰਗਤ ਕਰਨਾ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਆਪਾਂ ਨੂੰ ਸਤਿਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ, ਬੜਾ ਸੌਖਾ ਕਰਕੇ ਆਪਾਂ ਨੂੰ ਗੁਰਮੁਖਾਂ ਨੇ ਸਮਝਣ ਗੋਚਰਾ ਕਰਾਏ, ਤਾਂ ਕਿ ਆਪਾਂ ਵੀ ਗੁਰਬਾਣੀ ਗੁਰੂ ਪਾਸੋਂ ਭੇਤ ਲੈ ਕੇ ਸਮਝ ਕੇ ਗਿਆਨ ਦੀ ਮੱਤ ਮਨ ਨੂੰ ਦੇ ਕੇ ਇਹਨੂੰ ਆਪਾਂ ਸੁਖੀ ਕਰ ਸਕਦੇ ਹਾਂ ਅਤੇ ਆਪਣੇ ਘਰ ਲਿਜਾ ਸਕਦੇ ਅਤੇ ਸਦਾ ਵਾਸਤੇ ਜੀਵਨ ਮੁਕਤ ਹੋ ਸਕਦੇ। ਸੋ ਗੁਰਮੁਖ ਪਿਆਰਿਓ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।